इस ते हुए सो नाही बुरा, उरै कहो किनै किश करा। इस ते हुए सो नाही बुरा, उरै कहो किनै कश करा। आप भला करतूत अतनी की, आपे जानै अपने जी की। आप साच धारी सब साच, ओत पोत आपन संग राच। तां की गत मित कही न जाए, दूसर हुए तां सोझी पाए। तिसका किया सब परवान, गुर प्रसाद नानक एह जान। तिसका किया सब परवान, गुर प्रसाद नानक एह जान। रहमतां दे घर, दीन बंधु निमाणिਆਂ ਦੇ ਮਾਨ, ਨਿਤਾਣਿਆਂ ਦੇ ਤਾਨ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਇੱਕ ਵਾਰ ਫਿਰ ਅਸੀਂ ਸ਼੍ਰੀ ਸੁਖਮਨੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਆਖਿਆ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ। ਆਓ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਆਪਣਾ ਸੀਸ ਨਵਾਈਏ ਅਤੇ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੁਰੂ ਫਤਿਹ ਨਾਲ ਆਪਾਂ ਸਾਂਝ ਪਾਈਏ ਜੀ। ਸਾਰੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 23 ਨੰਬਰ ਅਸ਼ਟਪਦੀ ਚੱਲ ਰਹੀ ਹੈ ਜਿਸ ਦੀ 7ਵੀਂ ਪੌੜੀ ਦਾ ਪਾਠ ਆਪ ਜੀ ਨੇ ਹੁਣੇ ਦਾਸ ਪਾਸੋਂ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਦੇ ਵਿੱਚ ਬਹੁਤ ਵੱਡੀ ਬਖਸ਼ਿਸ਼ ਸਾਡੀ ਗਰੀਬਾਂ ਦੀ ਝੋਲੀ ਦੇ ਵਿੱਚ ਪਾਈ ਹੈ। ਸ਼ੁਰੂਆਤ ਹੁੰਦੀ ਹੈ ਪਰਮਾਤਮਾ ਜੋ ਕਰਦਾ ਹੈ ਉਹ ਸਾਡੇ ਜੀਵਾਂ ਲਈ ਮਾੜਾ ਕਦੇ ਵੀ ਨਹੀਂ ਹੁੰਦਾ, ਪਰ ਇਸ ਗੱਲ ਨੂੰ ਮੰਨਣਾ, ਇਸ ਗੱਲ ਨੂੰ ਐਕਸੈਪਟ ਕਰਨਾ ਔਰ ਇਸ ਧਾਰਨਾ ਦੇ ਉੱਤੇ ਪਹਿਰਾ ਦੇਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਇਹਦੇ ਲਈ ਬੜਾ ਵੱਡਾ ਜਿਗਰ ਚਾਹੀਦਾ ਹੈ, ਬੜਾ ਵੱਡਾ ਦਿਲ ਚਾਹੀਦਾ ਹੈ, ਨਹੀਂ ਤਾਂ ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਜੋ ਕੁਝ ਪਰਮਾਤਮਾ ਸਾਡੇ ਲਈ ਕਰਦਾ ਹੈ ਉਹ ਕਦੇ ਮਾੜਾ ਹੁੰਦਾ ਹੀ ਨਹੀਂ। ਸ਼ੇਖ ਸ਼ਾਇਦੀ ਸਾਹਿਬ ਦੀ ਮੈਂ ਤੁਹਾਡੇ ਨਾਲ ਗੱਲ ਬੜੀ ਵਾਰ ਸ਼ੇਅਰ ਕੀਤੀ ਹੈ, ਇੱਕ ਵਾਰ ਫਿਰ ਕਰ ਦੇਵਾਂ ਕਿਉਂਕਿ ਹਰ ਵਾਰ ਨਵੇਂ ਸਰੋਤੇ ਹੁੰਦੇ। ਜਿੱਥੇ ਸ਼ਾਇਦੀ ਜੀ ਨੇ ਕਿਹਾ ਸੀ ਵੀ ਮੈਂ ਰੋਜ਼ਾਨਾ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ ਮਸਜਿਦ ਦੇ ਵਿੱਚ, ਅਤੇ ਮਸਜਿਦ ਜਿਹੜੀ ਸੀ ਮੇਰੇ ਘਰ ਤੋਂ ਬੜੀ ਦੂਰ ਸੀ। ਮੈਂ ਜਦੋਂ ਜਾਣਾ ਰਸਤੇ ਦੇ ਵਿੱਚ ਰੇਤ ਪੈਂਦੀ ਸੀ ਅਤੇ ਬਹੁਤ ਜ਼ਿਆਦਾ ਗਰਮੀ ਕਰਕੇ ਮੇਰੇ ਪੈਰਾਂ ਵਿੱਚ ਛਾਲੇ ਹੋ ਗਏ। ਆਖਰਕਾਰ ਮੈਂ ਇੱਕ ਦਿਨ ਕਿਹਾ ਅੱਲਾ ਆਹ ਜਿਹੜੀ ਮੇਰੀ ਨਮਾਜ਼ ਹੈ ਇਹ ਆਖਰੀ ਹੋਣੀ, ਮੈਂ ਨਹੀਂ ਆਇਆ ਕਰਨਾ। ਅਤੇ ਦਿਲ ਵਿੱਚੋਂ ਆਵਾਜ਼ ਨਿਕਲੀ ਸ਼ਾਇਦੀ ਕਿਉਂ? ਅਤੇ ਸ਼ਾਇਦੀ ਸਾਹਿਬ ਨੇ ਕਿਹਾ ਵੀ ਇਸ ਲਈ ਦੂਜੇ ਲੋਕ ਊਠਾਂ 'ਤੇ ਚੜ੍ਹ ਕੇ ਆਉਂਦੇ, ਊਠਾਂ 'ਤੇ ਛਤੜੀਆਂ ਵੀ ਲੱਗੀਆਂ ਹੁੰਦੀਆਂ ਉਹਨਾਂ ਦੇ, ਥੱਲੜੀ ਗਰਮੀ ਤੋਂ ਵੀ ਬਚਾ, ਉੱਪਰਲੋਂ ਸੂਰਜ ਵੱਲੋਂ ਵੀ ਬਚਾ, ਅਤੇ ਮੈਂ ਗਰੀਬ ਮਰਦਾ ਪਿਆ। ਅਤੇ ਤੂੰ ਇੰਨੀ ਕਿਰਪਾ ਨਹੀਂ ਕਰ ਸਕਦਾ ਵੀ ਕਿਸੇ ਕੋਲੋਂ ਮੈਨੂੰ ਜੁੱਤੀ ਦਵਾ ਦੇ ਪੈਰਾਂ 'ਚ ਪਾਉਣ ਵਾਸਤੇ? ਵੇਖੋ ਮੰਗਾਂ ਸਾਡੀਆਂ, ਮੰਗਾਂ ਦੇਖੋ ਸਾਡੀਆਂ। ਕੋਈ ਗੁਰਦੁਆਰੇ 'ਚ ਲੱਖਾਂ ਡਾਲਰ ਦੇਣ ਆਉਂਦਾ ਅਤੇ ਕਈ ਗੁਰਦੁਆਰੇ ਵਿੱਚ ਆਉਂਦੇ ਹੈ ਉਹ ਲੋਕਾਂ ਦੇ ਕੱਪੜੇ ਵੀ ਚੁੱਕ ਕੇ ਲੈ ਜਾਂਦੇ ਹੈ, ਕਈ ਆਉਂਦੇ ਜੁੱਤੀਆਂ ਵੀ ਚੁੱਕ ਕੇ ਲੈ ਜਾਂਦੇ। ਤਾਂ ਹੀ ਤਾਂ ਦੇਖੋ ਗੁਰਦੁਆਰਿਆਂ ਵਿੱਚ ਵੀ ਲਿਖਿਆ ਹੁੰਦਾ ਜੁੱਤੀ ਚੋਰਾਂ ਦੇ ਬਾਰੇ, ਗੁਰਦੁਆਰਿਆਂ 'ਚ ਵੀ। ਜੇ ਬੰਦੇ ਦੀ ਨੀਅਤ ਚੰਗੀ ਹੋਵੇ ਤਾਂ ਕਿਆ ਬਾਤ ਆ। ਦਰਬਾਰ ਸਾਹਿਬ 'ਚ ਜਾਣ ਵਾਲਿਆਂ ਦੇ ਲਈ ਕਿਉਂ ਅਨਾਉਂਸ ਕੀਤੀ ਜਾਂਦੀ ਹੈ ਆਪਣੇ ਬੱਚਿਆਂ ਦਾ ਧਿਆਨ ਰੱਖੋ, ਆਪਣੀ ਜੇਬਾਂ ਦਾ ਧਿਆਨ ਰੱਖੋ, ਕਿਉਂਕਿ ਲੁਟੇਰੇ ਉੱਥੇ ਵੀ ਹੁੰਦੇ।
पता नहीं कोई लगता भी कित्थे किहड़ी सोच वाला बंदा आ जाना। शायद ही जी कहते भी तू मैनू किसी कोलों जुत्ती नहीं दवा सकता। साडियां छोटियां छोटियां मंगां रब साडे लई पता नहीं किड्डा कु वड्डा सोच के बैठा हुंदा ते असीं रब दे लई बड़ी छोटी जी सोच रख के बैठे होने। शायद जी कहते गल ना बनी तो मैं नमाज पढ़न चला गया, मैं पौड़ियाँ चढ़ा, मेरे नाल एक होर बंदा चढ़े, उहदे वल वेख के मैनू रोना आ गया तो मैं उन्होंने आख्या भी सज्जना मैं बड़ा दुखी हाँ क्योंकि मेरे पैरों के विच जोड़ा नहीं, पैरों 'च छाले पै गए, तू तो मेरे तो भी ज़्यादा दुखी है। क्यों? क्योंकि तेरियां अद्धियां लत्तां ही नहीं। शायद जी कहते जो मैनू ये गल कही हस पिया वो कहता मैं कोई दुखी नहीं, मैं बड़ा सुखी हाँ। की होया जे रब ने मैनू अद्धियां लत्तां नहीं दित्तियां, उन्हें बाकी शरीर तो दिता मैनू तंदुरुस्त, तो जे अद्धियां लत्तां भी दे दिंदा मैनू, मैं पूरे शरीर वाला हुंदा ते बाकी शरीर तंदुरुस्त ना हुंदा ते इन्हां पौड़ियां ते चढ़न जोगा ही ना मैं हुंदा ते मैं की करदा। मैं शुक्र करदा वाहिगुरू दा कि कोई नहीं, जो नहीं मिलिया नहीं मिलिया, बाकी शरीर तां तंदुरुस्त है। शायद जी कहंदे ओहदी इस गल ने ना मेरियां अखां ही खोलतियां। जे आ चीज़ साडे अंदर आ जाए, साडे अंदर आ, इहनूं कहंदे शुकराना, जे साडे अंदर ये चीज़ पैदा हो जाए, घर कर जाए तो फिर सुख है। गुरु अर्जन साहब ने यही गल सानूं समझाउण दी कोशिश की, बंदे जे तू सुखी रहना चाहुंदा तां ये सोच के चल जो कुछ तेरे नाल हो रहा किसी ना किसी कारण करके हो रहा, ते जो हो रहा तेरे भले लई हो रहा, गलत नहीं हो रहा। पर तू कई बार ये सोचदा भी नहीं मेरे नाल बड़ा धक्का हो रहा, बहुत धक्का, पर धक्का नहीं हो रहा हुंदा। रब तां कदे धक्का करदा ही नहीं। जे रब भी धक्का करना शुरू कर दवे फिर रब च ते बंदे विच की जिहड़ा फर्क रह गया। बंदा तां धक्का करदा ही बंदे नाल, पर रब थोड़ी करदा। सतगुर ने की किया, इसते होए सो नाही बुरा। रब वल्लों जो कुछ हुंदा ना वो साडे लई माड़ा नहीं हुंदा। और मैं इस चीज़ नूं परता के परख के देखिया भी है, जो हुंदा चंगे लई हुंदा। साडी जिंदगी विच बहुत सारियां घटनावां घटदियां, वो चंगे लई घटदियां, माड़े लई नहीं। बहुत कुछ हुंदा चंगे लई हुंदा। सतगुर कहंदे उरै कहो किनै कश करा। मैनू ये दसो कि परमात्मा तो बगैर उरै कहो, उरै दा मतलब है उरै रब तो बिना। जिद्दां आपां कहने ना उरे रही परा ना जाई, उरे रही, उरे दा मतलब पछां, उरे भाव रब तो दूर, रब तो दूर भाव के रब तो बगैर। दसो किनै कश करा, किसी ने कुछ करके विखाया नहीं। जदों इस चीज़ का भी पता कि रब तो बिना कुछ भी नहीं होना, जिवें साडे बजुर्ग कहंदे पत्ता भी नहीं हिलदा उहदी रजा तो बगैर, क्योंकि उहदी रजा 'च हवा चलदी है। जे हवा ही बंद होगी पत्ते किद्दां हिलणगे? दसो। गल सही भी है कि सतगुर कहंदे मैनूं दसो उहदे तो बगैर कोई कुछ कर सकदा? उहदे तो बगैर किसी ने कुछ करके विखाया नहीं, कोई कुछ नहीं कर सकता उहदे तो बगैर। ये साडी आकड़ हुंदी है, आपां ये सोचते हैं भी शायद आपां जे कुछ करना चाहिए तो कर सकते हैं, कुछ नहीं कर सकते, कुछ भी नहीं। एक फकीर ने ना, एक फकीर ने एक बंदे नूं ये गल कही सी कि रब तो बिना बंदा एक कदम नहीं चल सकता। उन्हें कहा जी क्यों नहीं चल सकता, आपां सब कुछ कर सकते। फकीर ने कहा सी घोड़े ते पलाकी मार के बह। जदों उन्हें पलाकी मारी, जदों उन्हें अपना पैर जिहड़ा सी रकाब उत्ते रखिया, फकीर ने कहा दूसरा पैर जिहड़ा सी ना वो रखी ना हुण, एक तां तू रख लिया, हुण दूसरा रख के दिखा। अपनी मर्जी दे नाल नहीं, जे परमात्मा ना चाहे तो तू एक कदम, एक जिहड़ा पैर है वह भी रकाब ते नहीं रख सकदा अपनी मर्जी तो बगैर। कदी सोच के चलो तुसीं, साडे विच है की है, आपां आकड़ भी नहीं रखदे, आपां एक कदम तां चकदे ना। हुण मैं खड़ा, मैं एक लत्त तां चक ली, तो जे मैनूं कोई ये गल कहे कि दोनों लत्तां चक के दिखा भला, मैं चक सकदा? नहीं, इन्नी कुछ तो साडे 'च पावर नहीं। हुण कोई कहेगा तो कि गंभीर देखो किदां मूर्खता दी गल्लां करदा। नहीं, मैं ये दस रहा साडे 'च है की है। एक लत्त नूं थल्ले रखदे आ, फिर दूजी चक सकदे आ आपां। इन्ना कुछ साडे कोल नहीं है, इन्ने अख्तियार साडे कोल नहीं है जिन्नियां आपां फड़ा मारनियां शुरू कर दिंदे आ। गल करदे आ आपां रब दे सिस्टम दी, परमात्मा दी, वो तो सब कुछ कर सकदा, पर साडे कोल तां इन्नी पावर नहीं आपां दोनों लत्तां एक बराबर चक सकीए। निरंकारी जोत तो बिना साडे पल्ले कख भी नहीं। ये गुरु अर्जन साहब ने सानू कहा कि मैनू दसो कि उहदे तो बगैर कोई कुछ कर सकदा,
ਤੇ ਕਿਸੇ ਕੋਲੋਂ ਇਸ ਚੀਜ਼ ਦਾ ਜਵਾਬ ਨਹੀਂ ਹੈ ਕਿ ਵਾਕਈ ਉਹ ਤੋਂ ਬਗੈਰ ਕੋਈ ਨਹੀਂ ਕੁਝ ਕਰ ਸਕਦਾ। ਜਿਵੇਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਕਿ ਰੱਬ ਨੇ 5 ਤੱਤ ਬਣਾਏ ਹੈ, 5 ਤੱਤਾਂ ਤੋਂ ਦੇਹੀ ਤਿਆਰ ਹੋਈ, ਬਾਡੀ ਸਰੀਰ ਤਿਆਰ ਹੋਇਆ। ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ, ਦੋ ਜਵਾਬ ਇਸ ਚੀਜ਼ ਦਾ। ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਰੱਬ ਨੇ 5 ਤੱਤ ਬਣਾਏ ਹੈ ਨਾ, ਇਹ ਸਰੀਰ 5 ਤੋਂ ਬਣਿਆ ਨਾ, ਤੇ ਛੇਵਾਂ ਕੋਈ ਬਣਾ ਕੇ ਦਿਖਾਓ। ਬੰਦੇ ਵਿੱਚ ਇੰਨੀ ਪਾਵਰ ਨਹੀਂ ਕੋਈ ਛੇਵਾਂ ਤੱਤ ਬਣਾਵੇ। ਰੱਬ ਨੇ ਹਵਾ ਬਣਾਈ, ਆਕਾਸ਼ ਬਣਾਇਆ, ਪਾਣੀ ਬਣਾਇਆ, ਮਿੱਟੀ ਬਣਾਈ। ਇਹ ਸਾਰੇ ਤੱਤ ਨਿਰੰਕਾਰ ਨੇ ਪੈਦਾ ਕੀਤੇ ਨੇ, ਜਿਨ੍ਹਾਂ ਦੇ ਥਰੂ ਆਪਾਂ ਚੱਲਦੇ ਹਾਂ। ਸਿਸਟਮ ਕੰਮ ਕਰ ਰਿਹਾ, ਜਿਨ੍ਹਾਂ ਦੇ ਥਰੂ ਕੰਮ ਕਰ ਰਿਹਾ। ਤੁਸੀਂ ਛੇਵਾਂ ਬਣਾ ਕੇ ਦਿਖਾਓ, ਦੋ ਜਵਾਬ। ਇੰਨਾ ਕੁਝ ਨਹੀਂ ਸਾਡੇ ਕੋਲ। ਅਸੀਂ ਉਹੀ ਕੰਮ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਨੇ ਬਣਾਇਆ ਉਹਦੇ ਵਿੱਚ, ਉਹਦੇ ਤੋਂ ਬਾਹਰ ਨਹੀਂ। ਆਪਾਂ ਉਹਨਾਂ 5 ਤੱਤਾਂ ਦੀਆਂ ਖੋਜਾਂ ਹੀ ਕਰਨੀਆਂ ਸ਼ੁਰੂ ਕਰ ਦਈਏ ਨਾ, ਕਰ ਰਹੇ ਹਾਂ। ਅੱਜ ਆਪਾਂ ਹਜ਼ਾਰਾਂ ਸਾਲ ਲੰਘ ਜਾਣੇ ਆ, ਖੋਜੀ ਜਾਵਾਂਗੇ, ਖੋਜੀ ਜਾਵਾਂਗੇ, ਖੋਜੀ ਜਾਵਾਂਗੇ। ਉਹ ਕੰਪਲੀਟ ਨਹੀਂ ਗੱਲ ਬਣਨੀ। ਸਤਿਗੁਰੂ ਨੇ ਅੱਗੇ ਕੀ ਕਿਹਾ? ਆਪ ਭਲਾ ਕਰਤੂਤ ਅਤ ਨਿੱਕੀ। ਉਹ ਆਪ ਬਹੁਤ ਹੀ ਚੰਗਾ ਹੈ ਤੇ ਉਹਦੀ ਕਰਤੂਤ ਭਾਵ ਕੰਮ, ਉਹਦੇ ਜਿਹੜੇ ਕੰਮ ਨੇ ਉਹ ਵੀ ਬਹੁਤ ਹੀ ਚੰਗੇ ਨੇ। ਇਹ ਬੰਦੇ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਬੰਦੇ, ਮੈਂ ਤੈਨੂੰ ਦੱਸ ਦੇਵਾਂ, ਪਰਮਾਤਮਾ ਮਿੱਠ ਬੋਲੜਾ ਹੈ, ਬੜਾ ਪਿਆਰਾ ਹੈ, ਚੰਗਾ ਹੈ। ਰੱਬ ਆਪ ਬਹੁਤ ਚੰਗਾ ਹੈ, ਉਹਦੇ ਕੰਮ ਵੀ ਬਹੁਤ ਚੰਗੇ ਨੇ। ਉਹ ਨਾ ਆਪ ਮਾੜਾ ਹੈ ਤੇ ਨਾ ਉਸ ਪਰਮਾਤਮਾ ਦੇ ਕੰਮ ਮਾੜੇ ਹੁੰਦੇ ਨੇ। ਬੰਦਾ ਨਾ ਰੱਬ ਨੂੰ ਵੀ ਆਪਣੇ ਵਰਗਾ ਸਮਝ ਕੇ ਚੱਲਦਾ ਵੀ ਸ਼ਾਇਦ ਰੱਬ ਵੀ ਮੇਰੇ ਵਰਗਾ ਹੀ ਹੈ, ਪਰ ਉਹ ਨਿਰੰਕਾਰ ਐਸਾ ਨਹੀਂ ਹੈ। ਆਪੇ ਜਾਣੈ ਆਪਣੇ ਜੀ ਕੀ ਭਾਵ ਦਿਲ ਦੀ, ਆਪਣੇ ਦਿਲ ਦੀ ਗੱਲ ਉਹ ਆਪ ਜਾਣਦਾ ਹੈ। ਹੁਣ ਕੋਈ ਕਹੇਗਾ ਵੀ ਰੱਬ ਦਾ ਵੀ ਦਿਲ ਹੁੰਦਾ, ਵੀ ਜੇ ਰੱਬ ਦਾ ਸਰੀਰ ਹੀ ਨਹੀਂ ਤੇ ਰੱਬ ਦਾ ਦਿਲ ਕਿੱਥੋਂ ਆ ਗਿਆ? ਸਮਝੋ, ਦਿਲ ਦਾ ਮਤਲਬ ਹੈ ਵਿਚਾਰ। ਉਹ ਆਪਣੇ ਵਿਚਾਰ ਆਪ ਜਾਣਦਾ ਹੈ। ਉਹਦੇ ਅੰਦਰ ਦੀ ਗੱਲ ਨੂੰ ਕੋਈ ਦੂਸਰਾ ਬੰਦਾ ਨਹੀਂ ਸਮਝ ਸਕਦਾ, ਕੋਈ ਜਾਣ ਨਹੀਂ ਸਕਦਾ। ਕੀ ਉਹਨੇ ਕਰਨਾ, ਕਿੱਦਾਂ ਕਰਨਾ, ਕੋਈ ਨਹੀਂ ਸਮਝ ਸਕਦਾ। ਬਸ ਇਹ ਗੱਲਾਂ ਸਮਝਣੀਆਂ ਡੀਪਲੀ ਜਾ ਕੇ ਬਹੁਤ ਜ਼ਰੂਰੀ ਹੈ। ਮੇਰੇ ਬਾਪੂ ਨੇ ਤਾਂ ਸਮਝਾਈਆਂ ਕਿ ਬੰਦਿਆ, ਮੈਂ ਤੈਨੂੰ ਇਹ ਦੱਸਾਂ ਕਿ ਤੂੰ ਦੁਨੀਆ ਵਿੱਚ ਕਰਨ ਕੀ ਆਇਆ ਤੇ ਕਰਕੇ ਕੀ ਜਾਣਾ। ਅਗਲੀ ਗੱਲ, ਆਪ ਸਾਚ ਧਾਰੀ ਸਭ ਸਾਚ। ਉਹਨੇ ਨਾ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਆਪਣੇ ਆਪ ਤੋਂ ਪੈਦਾ ਕੀਤੀ। ਜਿੱਥੇ ਉਹ ਆਪ ਸੱਚਾ ਹੈ, ਉਹਨੇ ਇਸ ਸਾਰੀ ਕਾਇਨਾਤ ਨੂੰ, ਸਾਰੀ ਸ੍ਰਿਸ਼ਟੀ ਨੂੰ ਬੜੇ ਵਧੀਆ ਤਰੀਕੇ ਨਾਲ ਆਪਣੇ ਵਿੱਚ ਟਿਕਾ ਕੇ ਰੱਖਿਆ ਹੋਇਆ। ਆਪ ਸੱਚਾ ਹੈ ਤੇ ਉਹਦਾ ਆਸਰਾ ਵੀ ਸੱਚਾ ਹੈ, ਉਹਦਾ ਆਸਰਾ ਵੀ ਮਾੜਾ ਨਹੀਂ ਹੈ। ਓਤ ਪੋਤ ਆਪਣ ਸੰਗ ਰਾਜ। ਸੰਗ ਦਾ ਮਤਲਬ ਹੈ ਨਾਲ। ਉਹਨੇ ਸਾਰੇ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਤਾਣੇ ਪੇਟੇ ਵਾਂਗੂ ਆਪਣੇ ਵਿੱਚ ਸਮੋਇਆ। ਹੁਣ ਤਾਣਾ ਪੇਟਾ ਕੀ ਹੁੰਦਾ? ਆੜਾ ਕੱਪੜਾ ਹੁੰਦਾ ਨਾ। ਤੁਸੀਂ ਵੇਖੋ, ਜਦੋਂ ਤਿਆਰ ਹੁੰਦਾ, ਇਹਦੀਆਂ ਧਾਰੀਆਂ ਨੈਗੇਟਿਵ ਪੋਜ਼ਿਟਿਵ ਹੁੰਦੀਆਂ ਨੇ, ਇਹਦੀਆਂ ਤੰਦਾਂ ਨੈਗੇਟਿਵ ਪੋਜ਼ਿਟਿਵ ਹੁੰਦੀਆਂ ਨੇ। ਨੈਗੇਟਿਵ ਪੋਜ਼ਿਟਿਵ ਇੱਕ ਦੂਜੇ 'ਚ ਫਸਾਈਆਂ ਹੁੰਦੀਆਂ। ਇਹ ਤਾਣਾ ਪੇਟਾ ਹੈ। ਤਾਣੇ ਪੇਟੇ ਵਾਂਗੂ ਸਾਰੀ ਕਾਇਨਾਤ ਉਹਨੇ ਆਪਣੇ ਵਿੱਚ ਰੱਖੀ ਹੋਈ ਹੈ। ਕੋਈ ਵੀ ਉਹਦੇ ਤੋਂ ਬਾਹਰ ਨਹੀਂ ਜਾ ਸਕਦਾ, ਕਿਉਂਕਿ ਉਹਨੇ ਸਭ ਨੂੰ ਵਿੱਚ ਇੱਕ ਦੂਜੇ ਦੇ ਵਿੱਚ ਫਸਾਇਆ ਹੋਇਆ। ਉਹਨੂੰ ਕਹਿੰਦੇ ਆ ਮੋਹ। ਇੱਕ ਮਾਂ ਨਹੀਂ ਜਦੋਂ ਹੁੰਦੀ, ਜਦੋਂ ਇੱਕ ਬੱਚੇ ਨੂੰ ਜੰਮਦੀ ਹੈ, ਪੈਦਾ ਕਰਦੀ, ਤੇ ਉਹਦੀ ਬਾਡੀ ਤੋਂ ਵਿੱਚੋਂ ਇੱਕ ਸਰੀਰ ਬਣ ਕੇ ਬਾਹਰ ਨਿਕਲਦਾ, ਤੇ ਉਹਦੇ ਮੋਹ ਵਿੱਚ ਤਾਣੇ ਪੇਟੇ ਵਾਂਗੂ ਫਸਦੀ ਹੈ। ਉਹਨੂੰ ਤੱਤੀ ਹਵਾ ਨਾ ਲੱਗੇ, ਉਹ ਇਹ ਸੋਚਦੀ ਹੈ। ਉਹਨੂੰ ਦੁੱਖ ਨਾ ਆਵੇ, ਮੈਨੂੰ ਲੱਗ ਜਾਵੇ, ਇਹ ਉਹਦੀ ਥਿੰਕ ਹੁੰਦੀ ਹੈ। ਭੈਣ ਭਰਾ, ਰਿਸ਼ਤੇਦਾਰ, ਮਾਂ ਬਾਪ, ਇਹ ਸਾਰੇ ਤਾਣੇ ਪੇਟੇ ਵਾਂਗੂ ਇੱਕ ਦੂਜੇ 'ਚ ਫਸੇ ਰਹਿੰਦੇ ਹੈ। ਨਿਰੰਕਾਰ ਨੇ ਇਹੀ ਚੀਜ਼ ਪੈਦਾ ਕੀਤੀ ਹੈ। ਅਤੇ ਜੇ ਇਹ ਨਾ ਹੋਵੇ ਤਾਂ ਆਪਾਂ ਦੁਨੀਆ ਵਿੱਚ ਰਹਿ ਹੀ ਨਹੀਂ ਸਕਦੇ, ਸੰਸਾਰ 'ਚ ਰਹਿ ਨਹੀਂ ਸਕਦੇ। ਇਹ ਮੋਹ ਬੜਾ ਜ਼ਰੂਰੀ, ਮੋਹ ਬੜਾ ਕਮਾਲ ਦਾ ਹੈ। ਮੋਹ ਨੇ ਹੀ ਤਾਣਾ ਪੇਟਾ ਪੈਦਾ ਕੀਤਾ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਕਦੀ ਘਰ ਬਣਦੇ ਦੇਖਿਓ, ਜਦੋਂ ਮਿਸਤਰੀ ਇੱਟਾਂ ਲਾ ਰਿਹਾ ਹੋਵੇਗਾ ਨਾ, ਉਹ ਨੋਟ ਕਰਿਓ, ਉਹ ਕਦੇ ਵੀ ਇੱਟਾਂ ਜਿਹੜੀਆਂ ਨੇ ਇੱਕ ਪਾਸੇ ਨਹੀਂ ਲਾਉਂਦਾ। ਕਦੇ ਵੀ ਦੇਖਿਓ ਧਿਆਨ ਨਾਲ, ਉਹ ਇੱਟਾਂ ਨੂੰ ਨੈਗੇਟਿਵ ਪੋਜ਼ਿਟਿਵ ਲਾਏਗਾ, ਭਾਵ ਇੱਕ ਦੂਸਰੀ ਦੇ ਵਿਰੋਧ ਵਿੱਚ ਲਾਏਗਾ। ਜੇ ਉਹ ਸਾਰੀਆਂ ਇੱਕ ਸੁਰ 'ਚ ਲਾ ਦੇ ਤੇ ਇੱਧਰੋਂ ਕੰਧ ਬਣਾਏਗਾ, ਦੂਸਰੇ ਪਾਸੋਂ ਨਾਲ ਹੀ ਕੰਧ ਟੁੱਟ ਜਾਣੀ, ਡਿੱਗ ਪੈਗੀ। ਉਹ ਕੀ ਕਰਦਾ? ਉਹਨਾਂ ਇੱਟਾਂ ਨੂੰ ਵਿਰੋਧ ਵਿੱਚ ਲਾਉਂਦਾ, ਇੱਕ ਦੂਜੇ ਦੇ ਵਿਰੋਧ ਵਿੱਚ ਲਾਈ ਜਾਂਦਾ, ਨੈਗੇਟਿਵ ਪੋਜ਼ਿਟਿਵ ਲਾਉਂਦਾ। ਉਹ ਨੈਗੇਟਿਵ ਪੋਜ਼ਿਟਿਵ ਲਾਉਣ ਕਰਕੇ
ਉਹਨਾਂ ਦੀ ਪਕੜ ਜ਼ਿਆਦਾ ਮਜ਼ਬੂਤ ਰਹਿੰਦੀ ਹੈ ਅਤੇ ਉਹ ਬਣੀਆਂ ਰਹਿੰਦੀਆਂ ਨੇ। ਪਰਮਾਤਮਾ ਨੇ ਇਹ ਸਿਸਟਮ ਪੈਦਾ ਕੀਤਾ, ਪਰ ਇਹਨੂੰ ਸਮਝਣਾ ਐਡਾ ਸੌਖਾ ਨਹੀਂ ਹੈ। ਇਹਨੂੰ ਸਮਝਣ ਦੇ ਲਈ ਬੜਾ ਡੂੰਘਾ ਜਾਣਾ ਪੈਂਦਾ, ਬੜਾ ਡੀਪਲੀ ਜਾਣਾ ਪੈਂਦਾ, ਫਿਰ ਜਾ ਕੇ ਗੱਲ ਬਣਦੀ ਵੀ ਆਪਾਂ ਕਿੱਦਾਂ ਫਸੇ ਹਾਂ ਇੱਕ ਦੂਜੇ ਵਿੱਚ, ਕਿੱਦਾਂ ਸਿੰਘ ਫਸੇ। ਕਿਸੇ ਨਾਲ ਪਿਆਰ ਕਰਦੇ ਹਾਂ, ਕਿਸੇ ਨਾਲ ਨਫ਼ਰਤ ਕਰਦੇ ਹਾਂ, ਕਿਸੇ ਨਾਲ ਪਿਆਰ, ਕਿਸੇ ਨਾਲ ਨਫ਼ਰਤ, ਕਿਸੇ ਨਾਲ ਗੁੱਸਾ, ਕਿਸੇ ਨਾਲ ਗਿਲਾ। ਇਹ ਚੀਜ਼ਾਂ ਚੱਲਦੀਆਂ। ਜੇ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨਾ ਹੋਣ ਤਾਂ ਉਹ ਜ਼ਿੰਦਗੀ ਬਿਊਟੀਫੁਲ ਨਹੀਂ ਹੈ। ਜ਼ਿੰਦਗੀ 'ਚ ਪਿਆਰ ਵੀ ਹੋਣਾ ਚਾਹੀਦਾ, ਗੁੱਸਾ ਵੀ ਹੋਣਾ ਚਾਹੀਦਾ, ਨਫ਼ਰਤ ਵੀ ਹੁੰਦੀ ਲਾਈਫ ਦੇ ਵਿੱਚ, ਮੋਹ ਵੀ ਹੁੰਦਾ ਲਾਈਫ ਦੇ ਵਿੱਚ, ਕਾਮ ਵੀ ਹੁੰਦਾ। ਇਹ ਸਭ ਕੁਝ ਹੈ। ਇਹਦੇ ਨਾਲ ਹੀ ਲਾਈਫ ਜਿਹੜੀ ਹੈ ਇਹ ਬਿਲਡ ਹੁੰਦੀ ਹੈ, ਸਾਡੀ ਵਧੀਆ ਬਣਦੀ। ਆਪਣੇ ਆਪ ਨੂੰ ਅਸੀਂ ਗੁੱਡ ਕਰਦੇ ਹਾਂ ਔਰ ਇਹ ਚੀਜ਼ਾਂ ਚੱਲਦੀਆਂ, ਤਦ ਹੀ ਸਾਡਾ ਜਿਉਣਾ ਵਧੀਆ। ਅਤੇ ਜੇ ਬੰਦਾ ਇਹ ਸੋਚੇ ਨਾ ਵੀ ਉਹਨੇ ਤਰੱਕੀ ਕਰ ਲਈ, ਮੈਂ ਕਿਉਂ ਨਹੀਂ ਕੀਤੀ, ਬੰਦਾ ਕੰਮ ਹੀ ਨਹੀਂ ਕਰ ਸਕਦਾ। ਇਹ ਚੀਜ਼ਾਂ ਵੀ ਰੱਬ ਨੇ ਪੈਦਾ ਕੀਤੀਆਂ ਵੀ ਜੇ ਉਹ ਕਰ ਸਕਦਾ ਤੂੰ ਨਹੀਂ ਕਰ ਸਕਦਾ ਤਰੱਕੀ, ਤੂੰ ਵੀ ਕਰ ਸਕਦਾ, ਕਰ, ਤੂੰ ਵੀ ਕਰ। ਜੇ ਉਹਨੇ ਵੱਡੀ ਨੌਕਰੀ ਲਈ ਤੂੰ ਵੀ ਕੋਸ਼ਿਸ਼ ਕਰ, ਕਿਤੇ ਨਾ ਕਿਤੇ ਪਹੁੰਚੇਗਾ। ਉਹ ਜਿਹੜੀ ਜੈਲਸੀ ਵੀ ਹੈ ਨਾ, ਜੈਲਸੀ ਜਿਹਨੂੰ ਆਪਾਂ ਕਹਿੰਦੇ ਜੈਲਸੀ ਪੈਦਾ ਹੁੰਦੀ ਜਿਹੜੀ ਅੰਦਰ, ਉਹ ਵੀ ਤਾਂ ਸਿਸਟਮ ਨੇ ਪੈਦਾ ਕੀਤੀ ਨਾ ਅੰਦਰ। ਉਹ ਪੈਦਾ ਹੁੰਦੀ ਹੈ ਤਾਂ ਫਿਰ ਆਪਾਂ ਕੁਝ ਕਰਦੇ ਵੀ ਹਾਂ। ਮੋਹ ਪੈਦਾ ਹੁੰਦਾ, ਫਿਰ ਆਪਾਂ ਕੁਝ ਕਰਦੇ ਵੀ ਹਾਂ। ਮੋਹ ਕੀ ਕਹਿੰਦਾ, ਉਹਨੇ ਆਪਣੇ ਬੱਚਿਆਂ ਨੂੰ ਵਕੀਲ ਬਣਾਇਆ, ਮੈਂ ਵੀ ਕੁਝ ਨਾ ਕੁਝ ਬਣਾਉਣਾ ਆਪਣੇ ਬੱਚਿਆਂ ਨੂੰ। ਇਹ ਤਾਣਾ ਪੇਟਾ ਹੈ ਜਿਹੜਾ ਇਸ ਸਿਸਟਮ ਨੂੰ ਚਲਾ ਰਿਹਾ। ਪਰ ਇਹ ਗੱਲਾਂ ਦੇ ਵਿੱਚ ਨਹੀਂ ਸਮਝ ਆਏਗਾ, ਇਹਦੇ ਵਿੱਚ ਉਤਰੋ ਹੇਠਾਂ, ਫਿਰ ਸਮਝ ਆਉਣੀ। ਜਦੋਂ ਸਮਝੋਗੇ ਜ਼ਿੰਦਗੀ ਬੜੀ ਸਮੂਹ ਚੱਲੇਗੀ। ਸਤਿਗੁਰੂ ਅੱਗੇ ਕੀ ਕਹਿੰਦੇ ਨੇ, ਆਪਣੀ ਗਤਮਿਤ ਕਹੀ ਤਾਂ ਕਿ ਗਤਮਿਤ ਕਹੀ ਨਾ ਜਾਏ। ਉਹਦੀ ਅਵਸਥਾ, ਉਹਦੀ ਹਾਲਤ, ਉਹ ਕਿਹੋ ਜਿਹਾ ਹੈ, ਕਿੱਡਾ ਵੱਡਾ ਹੈ, ਕਿੰਨੇ ਕਮਾਲ ਦਾ ਹੈ, ਇਹ ਕੋਈ ਨਹੀਂ ਦੱਸ ਸਕਦਾ। ਦੂਸਰ ਹੋਏ ਤਾਂ ਸੋਝੀ ਪਾਏ, ਕੋਈ ਦੂਜਾ ਵੱਖਰਾ ਹੋਵੇ ਤਾਂ ਸਮਝ ਸਕੇ। ਭਾਵ ਕੀ ਹੈ ਕਿ ਅਸੀਂ ਤਾਂ ਉਹਦੇ ਵਿੱਚ ਜਿਉ ਰਹੇ ਹਾਂ, ਅਸੀਂ ਉਹਨੂੰ ਸਮਝ ਨਹੀਂ ਸਕਦੇ ਹਾਂ। ਬਸ ਆਪਾਂ ਉਹਦੇ ਵਿੱਚ ਜਿਉਣਾ, ਨਾ ਕਿ ਐਵੇਂ ਆਪਾਂ ਛੜਾਂ ਮਾਰਨੀਆਂ ਉਹਨੂੰ ਸਮਝੀਏ। ਅਗਲੀ ਗੱਲ, ਤਿਸਕਾ ਕੀਆ ਸਭ ਪ੍ਰਵਾਨ, ਪਰਮਾਤਮਾ ਦਾ ਕੀਤਾ ਹੋਇਆ ਸਭ ਜੀਵਾਂ ਨੂੰ ਸਿਰ ਮੱਥੇ ਮੰਨਣਾ ਹੀ ਪੈਂਦਾ ਹੈ। ਕੋਈ ਹੱਸ ਕੇ ਮੰਨੇ, ਕੋਈ ਰੋ ਕੇ ਮੰਨੇ। ਐਗਜ਼ੈਂਪਲ ਦੇਣਾ ਤੁਹਾਨੂੰ, ਤੁਸੀਂ ਆਪਣਾ ਫੋਨ ਖੋਲ੍ਹੋ, ਐਂਡਰੋਇਡ ਹੈ ਅਤੇ ਪਲੇ ਸਟੋਰ 'ਚ ਜਾਂਦੇ ਹਾਂ। ਜੇ ਸਾਡੇ ਕੋਲ ਐਪਲ ਦਾ ਹੈ ਤਾਂ ਆਪਾਂ ਐਪ ਸਟੋਰ 'ਚ ਜਾਂਦੇ, ਸਟੋਰ 'ਚੋਂ ਆਪਾਂ ਇੱਕ ਐਪ ਡਾਊਨਲੋਡ ਕਰਦੇ ਹਾਂ। ਡਾਊਨਲੋਡ ਕਰ ਲਿਆ, ਡਾਊਨਲੋਡ ਕਰਨ ਤੋਂ ਬਾਅਦ ਹੇਠਾਂ ਉਹਦੇ ਕਈ ਐਪ, ਉਹਦੇ ਹੇਠਾਂ ਆਉਂਦਾ ਹੈ ਟਰਮ ਐਂਡ ਕੰਡੀਸ਼ਨ। ਉਹ ਆਪਾਂ ਪੜ੍ਹਦੇ ਨਹੀਂ, ਸਾਰੀਆਂ ਤਕਰੀਬਨ ਨਹੀਂ ਪੜ੍ਹਦੇ, ਕਿਉਂਕਿ ਬਹੁਤ ਲੰਮੀਆਂ ਚੌੜੀਆਂ ਹੁੰਦੀਆਂ, ਕਿਸੇ ਕੋਲ ਇੰਨਾ ਟਾਈਮ ਨਹੀਂ ਨਾ ਆਪਾਂ ਪੜ੍ਹਦੇ। ਇਸ ਕੰਪਨੀਆਂ ਵੀ ਜਾਣਦੀਆਂ ਵੀ ਕਿਸੇ ਨੇ ਪੜ੍ਹਨੀਆਂ ਪੁੜਨੀਆਂ ਤਾਂ ਨਹੀਂ, ਕੋਈ ਕਮਲਾ ਹੀ ਹੋਊਗਾ ਜਿਹੜਾ ਇੰਨਾ ਸਿਰ ਮੱਥਾ ਮਾਰੇਗਾ, ਨਹੀਂ ਪੜ੍ਹਦਾ ਕੋਈ ਬੰਦਾ। ਉਹ ਤੋਂ ਹੇਠਾਂ ਆਉਂਦਾ ਐਗਰੀ। ਜਦੋਂ ਤੱਕ ਆਪਾਂ ਐਗਰੀ ਨਹੀਂ ਹੁੰਦੇ, ਉਦੋਂ ਤੱਕ ਆਪਾਂ ਸਿਸਟਮ ਦੇ ਵਿੱਚ ਘੁਸ ਹੀ ਨਹੀਂ ਸਕਦੇ। ਸਮਝੋ ਗੱਲ ਨੂੰ। ਉਹ ਸਿਸਟਮ ਕੀ ਕਹਿੰਦਾ, ਉਹ ਕਹਿੰਦਾ ਚਾਹੇ ਤੂੰ ਖੁਸ਼ ਹੋ ਅਤੇ ਚਾਹੇ ਤੂੰ ਰੋ, ਤੇਰੀ ਮਰਜ਼ੀ, ਪਰ ਜਦੋਂ ਤੱਕ ਤੂੰ ਐਗਰੀ 'ਤੇ ਕਲਿੱਕ ਨਹੀਂ ਕਰਦਾ ਉਦੋਂ ਤੱਕ ਮੈਂ ਤੈਨੂੰ ਗਾਂਹ ਨਹੀਂ ਜਾਣ ਦੇਣਾ। ਆਪਾਂ ਐਗਰੀ ਕਰਦੇ ਹਾਂ ਫਿਰ ਹੀ ਆਪਾਂ ਗਾਂਹ ਜਾਣੇ, ਚਾਹੇ ਰੋਈਏ ਚਾਹੇ ਹੱਸੀਏ, ਉਹ ਸਾਨੂੰ ਐਗਰੀ ਕਰਨਾ ਪੈਂਦਾ, ਫਿਰ ਹੀ ਆਪਾਂ ਗਾਂਹ ਜਾ ਸਕਦੇ। ਜੇ ਆਪਾਂ ਨਹੀਂ ਐਗਰੀ ਕਰਦੇ ਉਹ ਸਿਸਟਮ ਦੇ ਵਿੱਚ ਆਪਾਂ ਘੁਸ ਨਹੀਂ ਸਕਦੇ। ਪਰਮਾਤਮਾ ਜੋ ਕਰਦਾ, ਉਹਦੀ ਟਰਮ ਜਿਹੜੀ ਕੰਡੀਸ਼ਨ ਹੈ ਸਾਡੇ ਲਈ, ਉਹਦੇ ਨਾਲ ਸਾਨੂੰ ਐਗਰੀ ਹੋਣਾ ਹੀ ਪੈਂਦਾ, ਚਾਹੇ ਹੱਸ ਕੇ ਹੋਈਏ ਚਾਹੇ ਰੋ ਕੇ ਹੋਈਏ, ਉਹ ਮੰਨਣਾ ਹੀ ਪੈਂਦਾ ਸਾਨੂੰ। ਸਤਿਗੁਰੂ ਅੱਗੇ ਕੀ ਕਹਿੰਦੇ ਹੈ, ਤਿਸਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹ ਜਾਣ। ਪਰ ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ। ਇਸ ਗੱਲ ਦੀ ਸਮਝ ਗੁਰ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ ਸਾਡੇ ਪੱਲੇ ਪੈਂਦੀ। ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੀਆਂ ਇਹਨਾਂ ਗੱਲਾਂ ਨੂੰ ਮੰਨਣਾ ਚਾਹੀਦਾ, ਇਹਨਾਂ ਗੱਲਾਂ ਉੱਤੇ ਪਹਿਰਾ ਦੇਣਾ ਚਾਹੀਦਾ। ਜੋ ਗੁਰੂ ਸਾਹਿਬਾਨਾਂ ਨੇ ਕਿਹਾ ਉਹਨੂੰ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰੋ, ਭੁੱਲ ਚੁੱਕ ਦੀ ਖੇਵਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।